जुगो जुग अटल चवर छतर तख्त दे मालक बाणी दे बोहित कलयुग दे तारण हारे ਸਰਬ ਕਲਾ ਸਮਰੱਥ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਆਨੰਦ ਮਾਣ ਰਹੇ ਘਰਾਂ ਵਿੱਚ ਬੈਠ ਕੇ ਗੁਰੂ ਸਵਾਰੇ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹਾਂ ਕਿ ਜੇਕਰ ਅਸੀਂ ਗੁਰਦੁਆਰਾ ਸਾਹਿਬ ਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਹਾਜ਼ਰੀ ਨਹੀਂ ਭਰ ਸਕਦੇ ਹਾਂ, ਪਰ ਸੰਗਤਾਂ ਘਰ ਵਿੱਚ ਬੈਠ ਕੇ ਵੀ ਜਿਹੜਾ ਫੇਸਬੁੱਕ ਦੇ ਰਾਹੀਂ ਲਾਈਵ ਪ੍ਰੋਗਰਾਮ ਚੱਲਦਾ ਹੈ ਗੁਰਬਾਣੀ ਕੀਰਤਨ ਦਾ, ਦੀਵਾਨਾਂ ਦਾ, ਗੁਰਮਤਿ ਸਮਾਗਮਾਂ ਦਾ, ਆਪਣੇ ਘਰਾਂ ਵਿੱਚ ਬੈਠ ਕੇ ਸਰਵਣ ਕਰਦੀ ਹੈ। ਮੁਬਾਰਕ ਹੈ। ਅੱਜ ਸਤਿਗੁਰੂ ਜੀ ਨੇ ਜੋ ਇਲਾਹੀ ਫਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ, ਟੋਡੀ ਰਾਗ ਅੰਦਰ ਪੰਚਮ ਪਿਤਾ, ਪੰਚਮ ਨਾਨਕ, ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 713 ਅਤੇ 14 ਉੱਪਰ ਸੁਭਾਇਮਾਨ ਹੈ, ਦਰਜ ਹੈ। ਸਾਧ ਸੰਗਤ, ਇਹ ਅੰਗ ਨੰਬਰ ਤਾਂ ਦੱਸਿਆ ਜਾਂਦਾ ਹੈ ਕਿ ਜਿਹੜਾ ਗੁਰੂ ਜੀ ਦਾ ਅਸੀਂ ਹੁਕਮ ਸਰਵਣ ਕੀਤਾ ਹੈ ਨਾ, ਤੇ ਜੇਕਰ ਸਾਨੂੰ ਸਮਾਂ ਮਿਲੇ ਤੇ ਆਪਣੇ ਘਰ ਵਿੱਚ ਅਸੀਂ ਪੋਥੀ ਖੋਲ ਕੇ ਜਾਂ ਜਿਸ ਵੀ ਤਰੀਕੇ ਦੇ ਨਾਲ, ਜੋ ਵੀ ਸਾਡੇ ਕੋਲ ਤਰੀਕੇ ਹਨ ਗੁਰਬਾਣੀ ਪੜ੍ਹਨ ਦੇ, ਵਿਚਾਰਨ ਦੇ, ਅਸੀਂ ਘਰ ਵਿੱਚ ਵੀ ਬੈਠ ਕੇ ਇੱਕ ਵਾਰੀ ਉਸ ਸ਼ਬਦ ਦੀ ਵਿਚਾਰ ਕਰ ਸਕੀਏ। ਗੁਰੂ ਜੀ ਨੇ ਅੱਜ ਪਾਵਨ ਸ਼ਬਦ ਜੋ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਜੀ ਆਖਦੇ ਹਨ, ਰਸਨਾ ਗੁਣ ਗੋਪਾਲ ਨਿਧ ਗਾਇਣ। ਰਸਨਾ ਆਖਦੇ ਹਨ ਜੀਵ ਨੂੰ, ਰਸਨਾ ਆਖਦੇ ਹਾਂ ਜੀਵ ਨੂੰ। ਗੁਣ ਪਰਮਾਤਮਾ ਦੀ ਵਡਿਆਈਆਂ। ਗੋਪਾਲ, ਗੋਪਾਲ ਤੋਂ ਭਾਵ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਇੱਕ ਹਰੀ ਪਰਮਾਤਮਾ। ਨਿਧ ਸਾਰੇ ਖਜ਼ਾਨਿਆਂ ਦਾ ਮਾਲਕ। ਗਾਇਣ ਉਸਦੇ ਗੁਣਾਂ ਨੂੰ ਗਾਈਏ ਇਸ ਰਸਨਾ ਦੇ ਰਾਹੀਂ। ਸਤਿਗੁਰੂ ਜੀ ਆਖਦੇ ਹਨ, ਇਸ ਰਸਨਾ ਦੇ ਰਾਹੀਂ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਈਏ, ਜਿਹੜਾ ਸਾਰੇ ਖਜ਼ਾਨਿਆਂ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਸਾਰੀ ਹੀ ਕਾਇਨਾਤ ਨੂੰ ਪਾਲਣ ਵਾਲਾ ਹੈ। ਪਰ ਸਤਿਗੁਰੂ ਜੀ ਅਗਲੀ ਤੁਕ ਵਿੱਚ 3 ਲਫ਼ਜ਼ ਬਹੁਤ ਸੋਹਣੇ ਵਰਤਦੇ ਹਨ। ਸ਼ਾਂਤ, ਸਹਿਜ, ਰਹਿਸ ਮਨ ਉਪਜਿਓ। ਜਦੋਂ ਅਸੀਂ ਉਸ ਪਰਮਾਤਮਾ ਦੀ ਵਡਿਆਈ ਗਾਉਂਦੇ ਹਾਂ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਜੀਵਨ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ? ਸ਼ਾਂਤੀ, ਜਿਹੜੀ ਅੱਜ ਮਨੁੱਖ ਦੇ ਜੀਵਨ ਵਿੱਚੋਂ ਚਲੀ ਗਈ ਹੈ। ਸਹਿਜ, ਆਤਮਕ ਅਡੋਲਤਾ, ਮਾੜੀ ਮਾੜੀ ਗੱਲ ਪਿੱਛੇ ਅਸੀਂ ਡੋਲ ਜਾਂਦੇ ਹਾਂ। ਰਹਿਸ ਤੋਂ ਭਾਵ ਹੈ ਖੁਸ਼ੀ। ਮਨ ਉਪਜਿਓ, ਮਨ ਵਿੱਚ ਪੈਦਾ ਹੋ ਜਾਂਦੀਆਂ ਹਨ ਸਗਲੇ ਦੁੱਖ ਪਲਾਇਣ, ਤੇ ਜੀਵਨ ਵਿੱਚੋਂ ਸਾਰੇ ਹੀ ਜਿਹੜੇ ਦੁੱਖ ਹਨ ਉਹ ਚਲੇ ਜਾਂਦੇ ਹਨ। ਪਲਾਇਣ ਤੋਂ ਭਾਵ ਚਲੇ ਜਾਂਦੇ ਹਨ। ਪਰ ਇਹ ਸ਼ਾਂਤੀ ਅਤੇ ਸਹਿਜ ਅਤੇ ਖੁਸ਼ੀ ਸਾਨੂੰ ਮਿਲਣੀ ਕਿੱਥੋਂ ਹੈ? ਸਤਿਗੁਰੂ ਜੀ ਬਹੁਤ ਸੋਹਣਾ, ਆਪਾਂ ਰੋਜ਼ਾਨਾ, ਇਹ ਸਾਡੇ ਜੀਵਨ ਦਾ ਇੱਕ ਹਿੱਸਾ ਹੈ। ਆਨੰਦ ਸਾਹਿਬ ਜੀ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਤੇ ਸਤਿਗੁਰੂ ਜੀ ਆਖਦੇ ਹਨ, ਆਨੰਦ ਭਇਆ ਮੇਰੀ ਮਾਏ, ਪਰ ਕਦੋਂ ਸਤਿਗੁਰੂ ਮੈਂ ਪਾਇਆ। ਤੇ ਉਸ ਦੇ ਮਿਲਣ ਦੇ ਨਾਲ ਕੀ ਹੋਇਆ? ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ।
ਜਦੋਂ ਮੈਂ ਸਤਿਗੁਰੂ ਜੀ ਦੇ ਨਾਲ ਮਿਲਿਆ, ਮੇਰੇ ਜੀਵਨ ਵਿੱਚ ਆਤਮਿਕ ਅਡੋਲਤਾ ਆ ਗਈ। ਮਨ ਵਜੀਆਂ ਵਾਧਾਈਆਂ ਤੇ ਮੇਰੇ ਮਨ ਵਿੱਚ ਖੁਸ਼ੀ ਦੇ ਗੀਤ ਵਾਜੇ ਵੱਜ ਪਏ ਨੇ, ਖੇੜੇ, ਖੁਸ਼ੀ ਖੇੜੇ ਦੇ ਵਾਜੇ ਵੱਜ ਪਏ ਨੇ। ਸਾਧ ਸੰਗਤ, ਇਹ ਜਿਹੜਾ ਮਨ ਹੈ ਨਾ, ਮਨ ਇਹ ਸਾਡੇ ਸਾਰਿਆਂ ਦੇ ਉੱਪਰ ਹਾਵੀ ਰਹਿੰਦਾ, ਸਾਡੇ ਗਿਆਨ ਇੰਦਰੀਆਂ ਤੇ ਮਨ ਇੰਦਰੀਆਂ ਤੇ ਹਾਵੀ ਰਹਿੰਦਾ ਹੈ। ਇਹ ਰਿਮੋਟ ਹੈ। ਜਿਵੇਂ ਆਪਾਂ ਇੱਕ ਰਿਮੋਟ ਦੇ ਨਾਲ ਨਾ ਸਕਰੀਨ ਚੇਂਜ ਕਰ ਦਿੰਦੇ ਹਾਂ, 1 ਸੈਕਿੰਡ ਵਿੱਚ ਚੇਂਜ ਹੋ ਜਾਂਦੀ ਹੈ। ਇਹ ਮਨ ਵੀ, ਜੇਕਰ ਇਹ ਮਨ ਸਾਡੇ ਅੰਦਰ ਇਸ ਤਰ੍ਹਾਂ ਇੱਕ ਰਿਮੋਟ ਕੰਟਰੋਲ ਹੈ ਸਾਡੇ ਉੱਪਰ, 1 ਮਿੰਟ ਵਿੱਚ ਅਸੀਂ ਕੁਝ ਹੋਰ ਹੁੰਦੇ ਹਾਂ, ਦੂਜੇ ਪਲ ਵਿੱਚ ਕੁਝ ਹੋਰ ਹੁੰਦੇ ਹਾਂ। ਜਦੋਂ ਇਸ ਮਨ ਨੂੰ ਅਸੀਂ ਆਪਣੇ ਵਸ ਵਿੱਚ ਕਰ ਲਵਾਂਗੇ, ਤੇ ਇਹ ਕਦੋਂ ਹੋਣਾ ਹੈ? ਜਦੋਂ ਅਸੀਂ ਆਪਣੇ ਅੰਤਰ ਆਤਮੇ ਨੂੰ ਆਪਣੇ ਆਪ ਖੋਜਾਂਗੇ। ਪਾਵਨ ਸ਼ਬਦ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਕਿ ਜੇਕਰ ਤੂੰ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਨਾ, ਤੇ ਉਹ ਪਰਮਾਤਮਾ ਕਿੱਥੇ ਬੈਠਿਆ ਹੈ? ਸਾਡੇ ਨਾਲ ਹੀ ਬੈਠਿਆ ਹੈ। ਕਿਵੇਂ? ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਕਿ ਤੂੰ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਕਿਤੇ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ ਹੈ। ਬਾਬਾ ਫਰੀਦ ਜੀ ਆਖਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਾਵੇਂ ਬਣ ਕੰਡਾ ਮੋੜੇ। ਤੂੰ ਐਵੇਂ ਜੰਗਲਾਂ ਦੇ ਕੰਡਿਆਂ ਨੂੰ ਲਤਾੜਦਾ ਫਿਰਦਾ ਹੈ ਆਪਣੇ ਜੀਵਨ ਵਿੱਚ। ਪਰ ਆਖਦੇ ਹਨ, ਵਸੀ ਰਬ ਹਿਆਲੀਐ, ਉਹ ਪਰਮਾਤਮਾ ਤਾਂ ਤੇਰੇ ਹਿਰਦੇ ਵਿੱਚ ਵਸਦਾ ਹੈ। ਜੰਗਲ ਕਿਆ ਢੂੰਡੇ? ਤੂੰ ਬਾਹਰ ਉਸ ਨੂੰ ਕੀ ਲੱਭਣ ਵਾਸਤੇ ਜਾਂਦਾ ਹੈ? ਪਰ ਇਹ ਸਤਿਗੁਰੂ ਜੀ ਆਖਦੇ ਹਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਹੁਤ ਸੋਹਣਾ ਫਰਮਾਨ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਉਹ ਹਰੀ ਪਰਮਾਤਮਾ ਤੇਰੇ ਅੰਦਰ ਵਸਦਾ ਹੈ, ਤੇਰੇ ਅੰਦਰ ਸਮਾਇਆ ਹੋਇਆ ਹੈ। ਤੂੰ ਉਸ ਨੂੰ ਕਿਤੇ ਹੋਰ ਨਾ ਖੋਜ। ਪਰ ਸਤਿਗੁਰੂ ਜੀ ਆਖਦੇ ਹਨ, ਕਿਵੇਂ ਵਸਿਆ ਹੋਇਆ ਹੈ? ਪੁਹਪ ਮਦ ਜਿਉਂ ਬਾਸ ਬਸਤ ਹੈ। ਪੁਹਪ ਕਹਿੰਦੇ ਨੇ ਫੁੱਲ ਨੂੰ। ਜਿਵੇਂ ਫੁੱਲ ਵਿੱਚ ਸੁਗੰਧੀ ਹੈ, ਪਰ ਅਸੀਂ ਦੇਖ ਨਹੀਂ ਸਕਦੇ। ਮੁਕਰ ਮਾਹੇ ਜੈਸੇ ਛਾਈ, ਜਿਵੇਂ ਅਸੀਂ ਸ਼ੀਸ਼ੇ ਵਿੱਚ ਆਪਣਾ ਅਕਸ, ਆਪਣੀ ਪਰਛਾਈ ਦੇਖਦੇ ਹਾਂ, ਪਰ ਉਸ ਨੂੰ ਫੜ ਨਹੀਂ ਸਕਦੇ। ਸਤਿਗੁਰੂ ਜੀ ਆਖਦੇ ਹਨ, ਪੁਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ। ਨਿਰੰਤਰ ਤੋਂ ਭਾਵ ਹੈ ਲਗਾਤਾਰ, ਹਮੇਸ਼ਾ, ਇੱਕ ਰਸ ਵਿਆਪਕ, ਨਿਰੰਤਰ। ਵੈਸੇ ਜੇਕਰ ਉਹ ਪਰਮਾਤਮਾ ਸਾਡੇ ਤੋਂ ਇੱਕ ਪਲ ਵਾਸਤੇ ਵੀ ਦੂਰ ਹੋ ਜਾਵੇ ਨਾ, ਸਾਡਾ ਵਜੂਦ ਖਤਮ ਹੈ। ਤੇ ਉਹ ਨਿਰੰਤਰ ਵਸਦਾ ਹੈ। ਕਿਵੇਂ ਵਸਦਾ ਹੈ? ਅਸੀਂ ਰਾਤ ਨੂੰ ਸੋ ਜਾਂਦੇ ਹਾਂ, ਫਿਰ ਵੀ ਸਾਨੂੰ ਸਾਹ ਆ ਰਿਹਾ ਹੈ। ਅਸੀਂ ਸੋਚ ਕੇ ਤੇ ਨਹੀਂ ਲੈਂਦੇ ਨਾ ਸਾਹ, ਕਿ ਹੁਣ ਮੈਂ ਸੋਚਾਂਗਾ ਤੇ ਸਾਹ ਲਵਾਂਗਾ। ਨਹੀਂ, ਉਹ ਪਰਮਾਤਮਾ ਬਖਸ਼ਿਸ਼ ਕਰ ਰਿਹਾ ਹੈ। ਪੁਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ। ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ। ਉਹ ਪਰਮਾਤਮਾ ਸਾਰੀ ਕਾਇਨਾਤ ਵਿੱਚ ਵੀ, ਤੇਰੇ ਅੰਦਰ ਵਿੱਚ ਵੀ ਇੱਕ ਹਰੀ ਪਰਮਾਤਮਾ ਜਿਹੜਾ ਕਾਰ ਕਰ ਰਿਹਾ ਹੈ, ਇੱਕ ਹਰੀ ਪਰਮਾਤਮਾ ਵਸ ਰਿਹਾ ਹੈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰੂ ਗਿਆਨ ਬਤਾਈ। ਗੁਰੂ ਦੀ ਗੱਲ, ਗੁਰੂ ਦਾ ਗਿਆਨ ਸਮਝ ਕੇ ਵੇਖੋ, ਗੁਰੂ ਜੀ ਦੱਸਦੇ ਹਨ। ਪਰ ਇਹ ਕਦੋਂ ਮਿਲਣਾ ਹੈ? ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਜਦੋਂ ਸਾਡੇ ਹਿਰਦੇ ਰੂਪੀ ਘਰ ਵਿੱਚ ਨਾ ਇੱਕ ਕਾਈ ਜੰਮ ਗਈ ਹੈ। ਸਾਧ ਸੰਗਤ, ਕਾਈ ਦਾ ਕੀ ਰੂਪ ਹੁੰਦਾ ਹੈ? ਉਹ ਦੇਖਣ ਨੂੰ ਤਲਾਬ ਦੇ ਉੱਪਰ ਜਦੋਂ ਜੰਮ ਜਾਂਦੀ ਹੈ ਨਾ, ਥਲੜਾ ਹਿੱਸਾ ਬਿਲਕੁਲ ਨਜ਼ਰ ਨਹੀਂ ਆਉਂਦਾ, ਕੁਛ ਨਹੀਂ ਨਜ਼ਰ ਆਉਂਦਾ। ਸਾਡੇ ਜੀਵਨ ਵਿੱਚ ਵੀ ਇਹ ਕਾਈ ਇੱਦਾਂ ਜੰਮ ਗਈ ਹੈ ਭਰਮਾਂ ਦੀ। ਪਰ ਇਹ ਕਦੋਂ ਖਤਮ ਹੋਣੀ ਹੈ? ਜਨ ਨਾਨਕ ਬਿਨ ਆਪਾ ਚੀਨੈ। ਜਦੋਂ ਤੱਕ ਅਸੀਂ ਆਪਣੇ ਆਪ ਦੀ ਖੋਜ ਨਹੀਂ ਕਰਾਂਗੇ। ਸਤਿਗੁਰੂ ਜੀ ਦਾ ਫਰਮਾਨ ਹੈ, ਗੁਰਮਤ ਨਗਰੀ ਖੋਜ ਖੋਜਾਈ, ਹੋ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ। ਇਹ ਜਿਹੜੀ ਗੁਰੂ ਦੀ ਮਤ ਲੈ ਕੇ ਇਸ ਆਪਣੇ ਨਗਰ ਨੂੰ ਖੋਜ, ਕਿ ਤੇਰੇ ਅੰਦਰ ਕਿਹੜੇ ਆ ਕਿਹੜੇ ਭੈੜੇ ਵਿਚਾਰ ਨੇ, ਭੈੜੀਆਂ ਗੱਲਾਂ ਨੇ, ਉਹਨਾਂ ਨੂੰ ਬਾਹਰ ਕੱਢੀਏ। ਕਿਸ ਦੇ ਰਾਹੀਂ? ਗੁਰੂ ਦੇ ਗਿਆਨ ਦੇ ਰਾਹੀਂ। ਸਤਿਗੁਰੂ ਜੀ ਆਖਦੇ ਹਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਪਰ ਅਸੀਂ ਮਨ ਦੀ ਖੋਜ ਬਹੁਤ ਘੱਟ ਕਰਦੇ ਹਾਂ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਇਹ ਮਨ ਆਰਸੀ ਕੋਈ ਗੁਰਮੁਖ ਖੋਜੇ। ਆਰਸੀ ਆਖਦੇ ਹਨ, ਵੈਸੇ ਆਰਸੀ ਸੰਸਕ੍ਰਿਤ ਦਾ ਲਫ਼ਜ਼ ਹੈ, ਉੱਥੋਂ ਆਇਆ ਹੈ।
ਆਰਸੀ ਆਖਦੇ ਹਨ ਵੇਖਣ ਵਾਲਾ ਸ਼ੀਸ਼ਾ, ਜਿਸ ਨੂੰ ਆਪਾਂ ਮਿਰਰ ਕਹਿ ਦਿੰਦੇ ਹਾਂ, ਦਰਪਣ ਕਹਿ ਦਿੰਦੇ ਹਾਂ, ਆਰਸੀ ਕਹਿ ਦਿੰਦੇ ਹਾਂ। ਕਿ ਗੁਰੂ ਜੀ ਦਾ ਜਿਹੜਾ ਵਿਚਾਰ ਹੈ ਨਾ, ਉਹ ਸਾਨੂੰ ਦਰਪਣ ਦੀ ਤਰ੍ਹਾਂ ਹੈ। ਉਹ ਸਾਡੀ ਅਸਲੀਅਤ ਸਾਨੂੰ ਦੱਸਦਾ ਹੈ। ਗੁਰੂ ਜੀ ਆਖਦੇ ਹਨ ਕਿ ਤੂੰ ਆਪਣੇ ਜੀਵਨ ਵਿੱਚ ਗੁਰੂ ਦੀ ਵਿਚਾਰਧਾਰਾ ਨੂੰ ਧਾਰਨ ਕਰ, ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਜੀਵਨ ਵਿੱਚੋਂ ਸਾਰੇ ਭਰਮਾਂ ਨੂੰ ਦੂਰ ਕਰ, ਤੇ ਕੀ ਹੋਏਗਾ? ਗੁਰੂ ਜੀ ਆਖਦੇ ਹਨ ਤੇਰੇ ਜੀਵਨ ਵਿੱਚੋਂ ਸਾਰੇ ਕਲੇਸ਼ ਦੁੱਖ ਖਤਮ ਹੋ ਜਾਣੇ ਹਨ। ਸਤਿਗੁਰੂ ਜੀ ਆਖਦੇ ਹਨ ਜੋ ਮੰਗੈ ਸੋਈ ਸੋਈ ਪਾਵੇਂ। ਫਿਰ ਜਿਹੜੀ ਵੀ ਗੱਲ ਤੂੰ ਗੁਰੂ ਜੀ ਦੇ ਅੱਗੇ ਰੱਖੇਂਗੇ ਨਾ ਆਪਣੀ ਮੰਗ, ਉਹ ਤੈਨੂੰ ਗੁਰੂ ਜੀ ਨੇ ਦੇ ਦੇਣੀ ਹੈ। ਪਰ ਕਦੋਂ? ਸੇਵ ਤੂੰ ਉਸ ਪਰ ਹਰ ਕੇ ਚਰਨ ਰਸਾਇਣ। ਰਸਾਇਣ ਤੋਂ ਭਾਵ ਹੈ ਰਸ ਹੁੰਦਾ ਹੈ, ਸਾਰੇ ਰਸ। ਆਇਣ ਮੀਨਸ ਹੁੰਦਾ ਹੈ ਘਰ। ਸਾਰੇ ਰਸਾਂ ਦਾ ਘਰ ਕਿਹੜਾ ਹੈ? ਕੇਵਲ ਇੱਕ ਹਰੀ ਪਰਮਾਤਮਾ। ਫਿਰ ਇਸ ਰਸ, ਉਸ ਹਰੀ ਪਰਮਾਤਮਾ ਦਾ ਨਾਮ ਦਾ ਰਸ ਜਦੋਂ ਤੈਨੂੰ ਆ ਜਾਏਗਾ ਨਾ, ਫਿਰ ਕੀ ਹੋਏਗਾ? ਰਾਮ ਰਸ ਪਿਆਰੇ ਜਿਹ ਰਸ ਬਿਸਰ ਗਏ ਰਸ ਔਰ। ਤੇਰੇ ਜੀਵਨ ਵਿੱਚੋਂ ਜਿਹੜੇ ਹੋਰ ਰਸ ਹਨ ਨਾ, ਕਈ ਵਾਰੀ ਆਪਾਂ ਨੂੰ ਲੱਗਦਾ ਹੈ ਨਾ, ਅੱਛਾ ਸਾਡਾ ਮਨ ਉੱਥੇ ਜ਼ਿਆਦਾ ਟਿਕਦਾ ਹੈ ਜਿੱਥੇ ਸਾਨੂੰ ਆਪਣੇ ਮਨ ਦੀ ਆਪਣੀ ਵਰਗੀ ਕੋਈ ਗੱਲ ਮਿਲ ਜਾਵੇ। ਸਿਨੇਮਾ ਵੇਖਣ ਜਾਂਦੇ ਹਾਂ, ਕੋਈ ਸੀਰੀਅਲ ਦੇਖਦੇ ਹਾਂ, ਫੋਨ ਦੇਖਦੇ ਹਾਂ, ਮਨ ਟਿਕਦਾ ਹੈ, ਮਨ ਜੁੜ ਜਾਂਦਾ ਹੈ। ਅਖਬਾਰ ਪੜ੍ਹਦੇ ਹਾਂ, ਅਖਬਾਰ ਵਿੱਚ ਵੀ ਮਨ ਲੱਗ ਜਾਂਦਾ ਹੈ। ਪਰ ਸਾਧ ਸੰਗਤ, ਕੀ ਅਖਬਾਰ ਪੜ੍ਹ ਕੇ, ਸਿਨੇਮਾ ਵੇਖ ਕੇ ਮਨ ਨਿਰਮਲ ਹੋਇਆ ਹੈ? ਨਹੀਂ ਹੁੰਦਾ। ਮਨ ਨਿਰਮਲ ਉਦੋਂ ਹੋਣਾ ਹੈ ਜਦੋਂ ਗੁਰੂ ਦਾ ਸ਼ਬਦ ਪੜਾਂਗੇ। ਗੁਰਦੁਆਰੇ ਆਉਂਦੇ ਹਾਂ ਨਾ ਆਪਾਂ ਸਾਰੇ, ਤੇ ਸਭ ਤੋਂ ਪਹਿਲਾਂ ਗੁਰੂ ਦੀ ਗੱਲ ਨੂੰ ਸੁਣਨਾ ਹੈ, ਸੁਣ ਕੇ ਸਮਝਣਾ ਹੈ, ਸਮਝ ਕੇ ਉਸ ਸ਼ਬਦ ਵਿੱਚ ਸਮਾ ਜਾਣਾ ਹੈ। ਉਸ ਸ਼ਬਦ ਜੇ ਕੋ ਖਾਵੇ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਉਧਾਰ ਤੇ ਉਸ ਦਾ ਹੋਣਾ ਹੈ ਜਿਹੜਾ ਇਸ ਸ਼ਬਦ ਦੇ ਰਾਹੀਂ ਆਪਣੇ ਅੰਤਰ ਆਤਮੇ ਵਿੱਚ ਉਹ ਸ਼ਬਦ ਪਰਮਾਤਮਾ ਦਾ ਨਾਮ ਵਸਾ ਲਏਗਾ। ਸਤਿਗੁਰੂ ਜੀ ਆਖਦੇ ਹਨ ਜੋ ਮੰਗੈ ਸੋਈ ਸੋਈ ਪਾਵੇਂ। ਫਿਰ ਉਸ ਨੂੰ ਮੰਗਣ ਦੀ ਵੀ ਜਾਂਚ ਆ ਜਾਏਗੀ। ਫਿਰ ਕੀ ਮੰਗੇਗਾ? ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣਗਾਮ। ਕਿ ਹੇ ਪਾਤਸ਼ਾਹ, ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, ਜੋਦੜੀ ਕਰਦਾ ਹਾਂ, ਇੱਕ ਦਾਨ ਮੰਗਦਾ ਹਾਂ ਹੱਥ ਜੋੜ ਕੇ। ਕਿਹੜਾ? ਠਾਕੁਰ ਨਾਮ। ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ। ਅਵਰ ਕਛੂ ਮੇਰੇ ਸੰਗ ਨਾ ਚਾਲੈ, ਹੋਰ ਕੁਛ ਮੇਰੇ ਨਾਲ ਨਹੀਂ ਜਾਣਾ, ਕੇਵਲ ਇੱਕ ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ ਸਾਡੇ ਨਾਲ ਨਿਭਣਾ ਹੈ। ਅਵਰ ਕਛੂ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣਗਾਮ। ਤੂੰ ਰਹਿਮਤ ਕਰ, ਬਖਸ਼ਿਸ਼ ਕਰ, ਕਿਰਪਾ ਕਰ, ਤੇਰੇ ਗੁਣਾਂ ਨੂੰ ਮੈਂ ਗਾ ਸਕਾਂ, ਤੇਰੇ ਗੁਣਾਂ ਨੂੰ ਮੈਂ ਗਾ ਸਕਾਂ। ਸਤਿਗੁਰੂ ਜੀ ਆਖਦੇ ਹਨ ਨਾ, ਸਭ ਤੋਂ ਚੰਗੀ ਮੰਗ ਕਿਹੜੀ ਹੈ? ਮੰਗਣਾ ਮੰਗਨ ਨੀਕਾ। ਸਭ ਤੋਂ, ਨੀਕਾ ਤੋਂ ਭਾਵ ਹੈ ਸਭ ਤੋਂ ਚੰਗਾ। ਕਿ ਕਿਹੜੀ ਚੰਗੀ ਮੰਗ ਹੈ? ਹਰ ਜਸ ਗੁਰ ਤੇ ਮੰਗਣਾ। ਗੁਰੂ ਤੋਂ ਹਰੀ ਦਾ ਜਸ ਮੰਗੀਏ। ਸਤਿਗੁਰੂ ਜੀ ਆਖਦੇ ਹਨ ਜਦੋਂ ਉਸ ਪਰਮਾਤਮਾ ਦੇ ਸੋਹਣੇ ਚਰਨਾਂ ਕਮਲਾਂ ਨਾਲ ਤੇਰਾ ਮਨ ਜੁੜ ਜਾਏਗਾ, ਜਿਹੜਾ ਸਾਰੇ ਰਸਾਂ ਦਾ ਘਰ ਹੈ, ਜਨਮ ਮਰਨ ਦੁਹੂ ਤੇ ਛੁਟੈ, ਭਉਜਲ ਜਗਤ ਤਰਾਇਣ। ਇਸ ਸੰਸਾਰ ਸਾਗਰ ਤੋਂ, ਭਉਜਲ ਸਾਗਰ ਤੋਂ ਪਾਰ ਹੋ ਜਾਏਗਾ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਬਿਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੋਜ ਖੋਜ ਕੇ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਜੇਕਰ ਤੂੰ ਆਪਣੇ ਜੀਵਨ ਵਿੱਚ ਅਬਿਨਾਸੀ ਖੇਮ ਤੋਂ ਭਾਵ ਹੁੰਦਾ ਹੈ, ਕਈ ਸੁੱਖ ਇਹੋ ਜਿਹੇ ਨੇ ਜਿਹੜੇ ਸੰਸਾਰਕ ਸੁੱਖ ਹਨ, ਉਹ ਅੱਜ ਹਨ, ਕੁਛ ਪਲ ਬਾਅਦ, ਕੁਛ ਦੇਰ ਬਾਅਦ, ਕੁਛ ਸਾਲ ਬਾਅਦ, ਕੁਛ ਸਮੇਂ ਬਾਅਦ ਖਤਮ ਹੋ ਜਾਣੇ ਹਨ। ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਕਿ ਜਿਹੜਾ ਅਸੀਂ ਦਿਸਦਾ ਇਹ ਪਸਾਰਾ ਦੇਖਦੇ ਹਾਂ ਨਾ, ਉਹ ਸਾਰਾ ਖਤਮ ਹੋਣਾ ਹੈ, ਉਹ ਨਾਸ਼ਵੰਤ ਹੈ। ਸਤਿਗੁਰੂ ਜੀ ਆਖਦੇ ਹਨ ਪਰ ਤੂੰ ਕੋਈ ਐਸਾ ਸੁੱਖ ਵੀ ਹੈ ਜਿਹੜਾ ਕਦੇ ਖਤਮ ਨਾ ਹੋਣ ਵਾਲਾ ਹੋਵੇ। ਅਬਿਨਾਸੀ ਖੇਮ ਚਾਹੇ ਜੇ ਨਾ, ਜੇਕਰ ਤੂੰ ਚਾਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਕੋਈ ਐਸਾ ਸੁੱਖ ਆ ਜਾਵੇ ਜਿਹੜਾ ਕਦੇ ਖਤਮ ਹੀ ਨਾ ਹੋਵੇ, ਸਤਿਗੁਰੂ ਜੀ ਆਖਦੇ ਨੇ ਸਦਾ ਸਿਮਰ ਨਾਰਾਇਣ। ਉਹ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ, ਤੇ ਉਹ ਅਕਾਲ ਪੁਰਖ ਪਰਮਾਤਮਾ ਜਦੋਂ ਤੇਰੇ ਹਿਰਦੇ ਵਿੱਚ ਵਸਦਾ ਆਏਗਾ, ਤੇਰੇ ਜੀਵਨ ਵਿੱਚ ਇੱਕ ਐਸਾ ਸਬਰ ਸੰਤੋਖ ਵਾਲਾ ਗੁਣ, ਆਤਮਕ ਆਨੰਦ ਵਾਲਾ ਗੁਣ ਆ ਜਾਏਗਾ ਜਿਹੜਾ ਕਦੇ ਖਤਮ ਨਹੀਂ ਹੋਏਗਾ। ਸਤਿਗੁਰੂ ਜੀ ਆਖਦੇ ਹਨ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ
ਵਾਧਾਈਆਂ, ਤੇਰੇ ਜੀਵਨ ਵਿੱਚ ਸ਼ਾਂਤੀ ਵੀ ਆ ਜਾਣੀ ਹੈ, ਆਤਮਕ ਅਡੋਲਤਾ ਵੀ ਆ ਜਾਣੀ ਹੈ, ਤੇ ਤੇਰੇ ਜੀਵਨ ਵਿੱਚ ਖੁਸ਼ੀਆਂ ਵੀ ਆ ਜਾਣੀਆਂ ਹਨ। ਸਾਹਿਬ ਮਿਹਰਮਤ ਕਰਨ, ਸਾਡੇ ਸਾਰਿਆਂ ਦੇ ਜੀਵਨ ਵਿੱਚ ਸਤਿਗੁਰੂ ਜੀ ਆਪਣੀ ਰਹਿਮਤ ਟਿਕਾ ਦੇਣ। ਸਾਡੇ ਜੀਵਨ ਵਿੱਚੋਂ ਵਿਸ਼ੇ ਵਿਕਾਰਾਂ ਤੋਂ ਸਾਨੂੰ ਬਚਾ ਕੇ ਆਪਣੇ ਚਰਨਾਂ ਨਾਲ ਜੋੜ ਲੈਣ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ